2016 'ਚ ਵਿਆਹ ਹੋਇਆ ਇਹਨਾਂ ਦੇ। ਉਸ ਵਕਤ ਜਦੋਂ ਦੋਨੇ ਲੱਤਾਂ 'ਤੇ ਜ਼ਖਮ ਹੋਏ ਪਏ ਸੀ, ਇੱਕ ਲੱਤ ਵੱਢੀ ਹੋਈ ਸੀ, ਇੱਕ ਤੇ ਪੈਰ 'ਤੇ ਐਡਾ ਡੂੰਘਾ ਜ਼ਖਮ ਸੀ ਕਿ ਜੇ ਬੰਦਾ ਕਵੇ ਕਿ ਮੈਂ ਪਾਉਣਾ ਆਪਣਾ ਹੱਥ ਪਾ ਦਾਂ ਵਿੱਚ ਤਾਂ ਜ਼ਖਮ ਦੇ ਅੰਦਰ ਚਲ ਜਾਂਦਾ ਸੀ। ਵਿਆਹ ਤੋਂ ਬਾਅਦ ਪਹਿਲਾਂ ਤਾਂ ਮੇਰੇ ਘਰਦਿਆਂ ਨੇ ਇਹਨਾਂ ਨੂੰ ਐਕਸੈਪਟ ਨਹੀਂ ਕੀਤਾ। ਘਰ ਦੇ ਕਹਿੰਦੇ ਸੀ ਕਿ ਜਿਹੜੀ ਜਨਾਨੀ ਦਾ ਤੂੰ ਵਿਆਹ ਕਰਾ ਕੇ ਲਿਆਇਆ ਉਹਦਾ ਬਾਥਰੂਮ ਦਾ ਉਹਨੂੰ ਪਤਾ ਨਹੀਂ ਲੱਗਦਾ, ਬਿਮਾਰੀਆਂ ਦਾ ਉਹ ਕਾਰਖਾਨਾ ਹੈ। ਕੋਈ ਵੀ ਰਿਸ਼ਤੇਦਾਰ ਕੋਈ ਵੀ ਜਾਣਾ ਮੇਰੇ ਨਾਲ ਵਰਤ ਕੇ ਰਾਜੀ ਨਹੀਂ। ਬਹੁਤ ਜ਼ਿਆਦਾ ਦੁੱਖ ਫਿਰ ਵੀ ਵਾਕਿਆ ਕਿ ਨਹੀਂ 1000 1200 1500 ਰੁਪਇਆ ਰੋਜ਼ ਦਾ ਕਮਾ ਲੈਣਾ ਸੀ, ਲੇਕਿਨ ਜਿੰਨਾ ਕਮਾਉਣਾ ਸੀ ਉਹਦੇ 'ਚੋਂ ਕਰੀਬ 90% ਇਹਨਾਂ ਦੀ ਸਿਰਫ ਦਵਾਈਆਂ ਦੇ ਉੱਤੇ ਹੀ ਖਰਚਾ ਹੁੰਦਾ ਸੀ। ਆਟੋ ਕਿਰਾਏ 'ਤੇ ਸੀ ਅਤੇ ਕਿਰਾਇਆ ਦੇਣਾ ਅਤੇ ਬਾਕੀ ਜਿੰਨਾ ਵੀ ਕਮਾਉਣਾ ਸਾਰਾ ਇਹਦੇ ਉੱਤੇ ਲਾ ਦੇਣਾ। ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਿਆ ਵੀ ਮੈਂ ਕਿ ਹੁਣ ਇਸ ਤੋਂ ਉਹ ਵੀ ਸਾਥ ਨਹੀਂ ਦੇ ਰਹੇ ਅਤੇ ਹਮੇਸ਼ਾ ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕੀਤਾ ਇਸ ਤਰ੍ਹਾਂ ਰੋਜ਼ ਰਾਤ ਤੱਕ ਲੱਗਾ ਰਹਿਣਾ ਕਿ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਮੇਰੀ ਆਖਰ ਬਾਂਹ ਫੜ ਲੇ ਕਿ ਜਿਹਦੇ ਨਾਲ ਮੈਨੂੰ ਕੋਈ ਕਾਰੋਬਾਰ ਇਸ ਤਰ੍ਹਾਂ ਦਾ ਮੇਰਾ ਹੋ ਜਾਏ ਕਿ ਮੈਂ ਆਪਣੇ ਆਪ ਕਰ ਸਕਾਂ, ਨਾ ਕਿ ਮੈਂ ਕਿਸੇ 'ਤੇ ਡਿਪੈਂਡ ਰਹਿ ਸਕਾਂ। ਤੁਹਾਡੇ ਅਪਾਹਿਜ ਹੋਣ ਤੋਂ ਬਾਵਜੂਦ ਵੀ ਤੁਸੀਂ ਜਿਹੜੀ ਕਿ ਹਿੰਮਤ ਨਹੀਂ ਛੱਡੀ, ਕੰਮ ਕਰਦੇ ਰਹੇ, ਆਪਣੇ ਘਰ ਦੀ ਹਰ ਇੱਕ ਚੀਜ਼ ਬਣਾਈ। ਅਤੇ ਮੈਂ ਇਹ ਪਹਿਲਾਂ ਸੋਚਦਾ ਰਿਹਾ ਕੁਛ 10 15 20 ਦਿਨਾਂ ਅਤੇ ਨਹੀਂ ਗਲਾ ਪੱਕਾ ਹੋ ਸਕਦਾ ਉਹਦੀ ਦਵਾਈ ਵਗੈਰਾ ਕਰਦਾ ਰਿਹਾ, ਲੇਕਿਨ ਹੌਲੀ ਹੌਲੀ ਜਦੋਂ ਦਰਦ ਨਿਕਲਦਾ ਪਈ ਸੀਨੇ 'ਚ ਅਤੇ ਫਿਰ ਡਾਕਟਰ ਕੋਲ ਚੈੱਕ ਕਰਾਇਆ। ਉਹਨਾਂ ਨੇ ਬੜੀਆਂ ਕਰਵਾਈਆਂ ਲੇਕਿਨ ਉਹ ਆਪਣੀ ਪਹੁੰਚ 'ਚ ਨਹੀਂ ਹੈਗੀ ਸੀ। ਉਹਨਾਂ ਵੱਲੋਂ ਤੁਹਾਡੀ ਮਦਦ ਕੀਤੀ, ਕੋਈ ਤੁਹਾਡਾ ਆਪਰੇਸ਼ਨ ਹੈ ਜਿਹੜਾ ਕਿ ਉਹਨਾਂ ਵੱਲੋਂ ਕਰਵਾਇਆ ਗਿਆ, ਤੁਹਾਡੀ ਵਾਈਫ ਦੇ ਆਪਰੇਸ਼ਨ ਉਹਨਾਂ ਵੱਲੋਂ ਕਰਵਾਏ ਗਏ? ਬਿਲਕੁਲ ਜੀ, ਜੇ ਮੈਂ ਅੱਜ ਦੀ ਡੇਟ 'ਚ ਵਾਕਈ ਸਾਹ ਲੈ ਰਿਹਾ ਅਤੇ ਇਹਦੇ ਵਿੱਚ ਮਨੁੱਖਤਾ ਦੀ ਸੇਵਾ ਵਾਲਿਆਂ ਦਾ ਵੀਰ ਦਾ ਸਭ ਤੋਂ ਵੱਡਾ ਸਹਿਯੋਗ ਆ। ਲੇਕਿਨ ਇਸ ਵਕਤ ਪਤਾ ਨਹੀਂ, ਮੈਨੂੰ ਤਾਂ ਇਹ ਲੱਗਦਾ ਕਿ ਰੱਬ ਵੀ ਮੇਰੇ ਤੋਂ ਟੁੱਟ ਚੁੱਕਾ ਹੋਇਆ ਹੈ, ਜਿਹੜਾ ਮਦਦ ਨਹੀਂ ਮੇਰੀ ਕਰ ਰਿਹਾ। ਬਹੁਤ ਦੁਖੀ ਬੱਚਿਆਂ ਦਾ ਕੀ ਕਸੂਰ ਹੈ ਵਿੱਚ? ਮੇਰੇ ਪਾਪਾ ਤੋਂ ਸਜ਼ਾ ਮੇਰੇ ਬੱਚੇ ਕਿਉਂ ਭੁਗਤ ਰਹੇ ਨੇ? ਇਹਨਾਂ ਦੀ ਮਿਸਿਸ ਹੈ ਜਿਹੜੇ ਕਿ ਉਹਨਾਂ ਦੇ ਪੇਟ ਦੇ ਵਿੱਚ ਪਾਈਪ ਲੱਗੀ ਹੋਈ ਹੈ। ਬਾਥਰੂਮ ਦਾ ਜਨਮ ਤੋਂ ਹੀ ਪਤਾ ਨਹੀਂ ਲੱਗ ਰਿਹਾ ਕਿ ਪਿਸ਼ਾਬ ਕਿੱਥੋਂ ਨਿਕਲ ਜਾਂਦਾ ਹੈ, ਕਿਸ ਤਰ੍ਹਾਂ ਪਾਸ ਹੋ ਜਾਂਦਾ ਹੈ। ਲੇਕਿਨ ਇਸ ਵਕਤ ਸਭ ਤੋਂ ਵੱਡਾ ਕਾਰਨ ਇਹ ਕਿ ਚੀਜ਼ਾਂ ਬੰਦਾ ਖਾ ਨਹੀਂ ਸਕਦਾ, ਚੀਜ਼ਾਂ ਨੂੰ ਬੰਦਾ ਪਾ ਨਹੀਂ ਸਕਦਾ। ਮੇਰੇ ਬੱਚਿਆਂ ਦੇ ਕੱਪੜੇ ਨਹੀਂ ਹੈਗੇ, ਮੇਰੇ ਕੋਲ ਕੋਈ ਚੀਜ਼ ਖਰੀਦਣ ਜੋਗੇ ਪੈਸੇ ਨਹੀਂ ਹੈਗੇ। ਮੇਰੇ ਬੱਚੇ ਕੋਈ ਚੀਜ਼ ਨੂੰ ਮੰਗਦੇ ਆ, ਸਕੂਲ ਦੀ ਵਰਦੀ ਆ, ਸਕੂਲ ਦੀ ਫੀਸ ਆ, ਆਉਣ ਜਾਣ ਦਾ ਖਰਚਾ ਹੈ, ਕੋਈ ਹੋਰ ਬਿਮਾਰ ਸ਼ਮਾਰ ਕਿਸੇ ਤਰੀਕੇ ਨਾਲ ਕੋਈ ਹੋ ਜੇ, ਮੇਰੇ ਕੋਲ ਉਹਦੇ ਲਈ ਪੈਸਾ ਨਹੀਂ ਹੈਗਾ। ਲੇਕਿਨ ਸਕੂਲੇ ਪੜ੍ਹਨੇ ਪਾਇਆ, ਪਰ ਇਹ ਕਾਰਨ ਕਿੱਦਾਂ ਆਇਆ ਕਿ ਇੱਕਦਮ ਤੁਹਾਡੇ ਆਪਰੇਸ਼ਨ ਤੋਂ ਬਾਅਦ ਹੋਇਆ ਜਾਂ ਲਾਕਡਾਊਨ ਤੋਂ ਬਾਅਦ ਤੁਹਾਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ? ਆਪਰੇਸ਼ਨ ਤੋਂ ਬਾਅਦ ਮੇਰਾ ਸਰੀਰ ਜਿਹੜਾ ਕਰੀਬ ਮੈਂ 1.5 ਸਾਲ ਤੇ ਮੰਜੇ ਦੇ ਉੱਤੇ ਰਿਹਾ ਕਿ ਡਾਕਟਰ ਨੇ ਆਖਿਆ ਸੀ ਕਿ ਹੋ ਸਕਦਾ ਕਿ ਤੈਨੂੰ ਸਾਰੀ ਉਮਰ ਵੈਂਟੀਲੇਟਰ ਤੇ ਰੱਖਣਾ ਪਵੇ ਜਿੰਨੀ ਦੇਰ ਤੂੰ ਜਿੰਦਾ ਰਹੇ। ਆਪਰੇਸ਼ਨ ਤੋਂ ਜਾਣ ਤੋਂ ਪਹਿਲਾਂ ਇਹ ਵੀ ਕਹਿ ਦਿੱਤਾ ਸੀ ਕਿ ਡਾਕਟਰ ਹਰਜਿੰਦਰ ਸਿੰਘ ਬੇਦੀ ਨੇ ਆਪਰੇਸ਼ਨ ਕੀਤਾ ਕਿ ਉਹਨਾਂ ਨੇ ਇੰਨੀ ਗੱਲ ਕਹਿਤੀ ਕਿ ਤੂੰ 1% ਚਾਂਸ ਹੈ ਕਿ ਤੂੰ ਜਿੰਦਾ ਬਾਹਰ ਆਊਂਗਾ, 99% ਕਿ ਤੂੰ ਮਰੇ ਹੋਏ ਨੇ ਆਉਣਾ ਹੈ। ਘਰ ਦੇ ਵਿੱਚ ਜਦੋਂ ਕੁਆਰੀ ਸੀਗੀ ਮੰਮੀ ਔਰ ਮੈਂ ਸੀਗੇ ਇਕੱਲੇ। ਜਦੋਂ ਮੈਂ ਛੋਟੀ ਜੀ ਸੀਗੀ ਤੇ ਜਦੋਂ ਮੇਰੇ ਪਾਪਾ ਪੂਰੇ ਹੋ ਗਏ ਸੀਗੇ, ਇੱਕ ਲੱਤ ਮੇਰੀ ਇੱਥੋਂ ਕੱਟੀ ਹੋਈ ਆ, ਇੱਕ ਪੈਰ ਆ ਉਹਦੇ ਮਾੜਾ ਜਿਹਾ ਭਾਰ ਖਲੋ ਸਕਦੀ ਹੈ, ਜ਼ਿਆਦਾ ਨਹੀਂ ਖਲੋ ਸਕਦੀ ਹੈਗੀ। ਇਹਨਾਂ ਦੇ ਨਾਲ ਵਿਆਹ ਕੀਤਾ ਜਾਂ 2016 ਦੇ ਵਿੱਚ ਜਿਵੇਂ ਵੀਰ ਨੇ ਦੱਸਿਆ ਕਿ ਵਿਆਹ ਹੋਇਆ ਤੁਹਾਡਾ, ਕਿਹੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ? ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਐਕਸੈਪਟ ਨਹੀਂ ਸੀ ਕੀਤਾ ਜਾ ਰਿਹਾ। ਮਹੀਨੇ ਬਾਅਦ ਹੀ ਮੈਨੂੰ ਆਪਣੇ ਪੇਕੇ ਜਾਣਾ ਪੈਂਦਾ ਸੀਗਾ, ਇੱਥੇ ਰਹਿਣਾ ਬੜਾ ਮੁਸ਼ਕਿਲ ਸੀਗਾ। ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ। ਜੀ ਹਾਂ, ਪਰਮਾਤਮਾ ਨੇ ਜੇਕਰ ਤੁਹਾਡੇ ਸਾਰੇ ਅੰਗ ਪੂਰੇ ਦਿੱਤੇ ਨੇ, ਤੁਹਾਨੂੰ ਸਭ ਕੁਝ ਦਿੱਤਾ ਹੈ, ਪਰਮਾਤਮਾ ਦਾ ਜਿੱਥੇ ਤੁਹਾਨੂੰ ਸ਼ੁਕਰ ਮਨਾਉਣਾ ਚਾਹੀਦਾ ਹੈ ਉੱਥੇ ਹੀ ਕੁਝ ਅਜਿਹੇ ਵਿਅਕਤੀਆਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਦੋਹਰੀ ਮਾਰ ਮਾਰੀ ਹੈ। ਸੋ ਅਜਿਹੇ ਇੱਕ ਸ਼ਖਸ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹਰਜਿੰਦਰ ਸਿੰਘ ਹੈ। ਹਰਜਿੰਦਰ ਸਿੰਘ ਪੇਸ਼ੇ ਤੋਂ ਤਾਂ ਇੱਕ ਪਾਠੀ ਸੀ, ਪਰ ਅੱਜ ਦੀ ਡੇਟ ਦੇ ਵਿੱਚ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਿਆ। ਆਖਿਰਕਾਰ ਕੀ ਹੈ ਇਸ ਹਰਜਿੰਦਰ ਸਿੰਘ ਦੀ ਕਹਾਣੀ, ਸੁਣਾ ਦਿੰਦੇ ਹਾਂ ਤੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਹਰਜਿੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਜਿੰਦਰ ਸਿੰਘ ਹੈ। ਮਹਾਰਾਜ ਦੀ ਕਿਰਪਾ ਨਾਲ ਦਲ ਬਾਬਾ ਬੇਦੀ ਚੰਦ ਸੁਰ ਸਿੰਘ ਵਿੱਚ ਜਾਪੀਏ ਦੀ ਸੇਵਾ ਕਰਦਾ ਸੀ
ਨਾਲ ਬਿਜਲੀ ਦਾ ਕੰਮ ਵਗੈਰਾ ਸਾਰਾ ਕੰਮ ਜਾਣਦਾ ਸੀ। ਉਹ ਹੀ ਕਰਦਾ ਸੀ ਆਪਣੇ ਪਿੰਡ ਬੈਂਕਾ, ਜ਼ਿਲ੍ਹਾ ਤਰਨਤਾਰਨ ਵਿੱਚ। ਉੱਥੋਂ ਇੱਥੇ ਆ ਗਏ। ਇੱਥੇ ਆਉਣ ਤੋਂ ਬਾਅਦ ਮੇਰਾ ਵਿਆਹ ਅਮਰਪ੍ਰੀਤ ਕੌਰ ਨਾਲ ਹੋਇਆ। ਜੀ, ਕਿੰਨੀ ਸਾਲ ਦੇ ਵਿੱਚ ਤੁਹਾਡਾ ਵਿਆਹ ਜਿਹੜਾ ਕਿ ਅਮਰਪ੍ਰੀਤ ਜੀ ਨਾਲ ਹੋਇਆ? 2016 'ਚ। ਜੀ, 2016 'ਚ ਵਿਆਹ ਹੋਇਆ ਇਹਨਾਂ ਦੇ। ਉਸ ਵਕਤ ਜਦੋਂ ਦੋਨੇ ਲੱਤਾਂ 'ਤੇ ਜ਼ਖਮ ਹੋਏ ਪਏ ਸੀ, ਇੱਕ ਲੱਤ ਵੱਢੀ ਹੋਈ ਸੀ, ਇੱਕ ਤੇ ਪੈਰ 'ਤੇ ਐਡਾ ਡੂੰਘਾ ਜ਼ਖਮ ਸੀ ਕਿ ਜੇ ਬੰਦਾ ਕਵੇ ਕਿ ਮੈਂ ਪਾਉਣਾ ਆਪਣਾ ਹੱਥ ਪਾਦਾ ਵਿੱਚ ਤਾਂ ਜ਼ਖਮ ਦੇ ਅੰਦਰ ਚਲ ਜਾਂਦਾ ਸੀ। ਤੇ ਬਾਥਰੂਮ ਦਾ ਇਹਨਾਂ ਨੂੰ ਨਹੀਂ ਪਤਾ ਲੱਗਦਾ ਸੀ ਜੀ, ਜਮਾਂਦਰੂ ਹੀ। ਜੀ, ਡਾਕਟਰਾਂ ਤੋਂ ਚਲੋ ਵਿਆਹ ਤੋਂ ਬਾਅਦ ਪਹਿਲਾਂ ਤੇ ਮੇਰੇ ਘਰਦਿਆਂ ਨੇ ਇਹਨਾਂ ਨੂੰ ਐਕਸੈਪਟ ਨਹੀਂ ਕੀਤਾ। ਕੀ ਬਹੁਤ ਕਿਹਾ ਜਾਂਦਾ ਸੀ ਘਰਦਿਆਂ ਵੱਲੋਂ? ਘਰਦੇ ਕਹਿੰਦੇ ਸੀ ਕਿ ਜਿਹੜੀ ਜਨਾਨੀ ਦਾ ਤੂੰ ਵਿਆਹ ਕਰਾ ਕੇ ਲਿਆਇਆ ਉਹਦਾ ਬਾਥਰੂਮ ਦਾ ਉਹਨੂੰ ਪਤਾ ਨਹੀਂ ਲੱਗਦਾ, ਬਿਮਾਰੀਆਂ ਦਾ ਉਹ ਕਾਰਖਾਨਾ ਹੈ, ਤੇ ਤੂੰ ਦੱਸ ਆਪਣੇ ਆਪ ਨੂੰ ਸੰਭਾਲੂਗਾ ਕਿ ਇਹਨੂੰ ਸੰਭਾਲੂਗਾ। ਜੀ, ਤੇ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਸਾਰੇ ਪਰਿਵਾਰ ਵੱਲੋਂ ਹੋਈਆਂ। ਹੌਲੀ ਹੌਲੀ ਪਰਿਵਾਰ ਮੇਰੇ ਤੋਂ ਦੂਰ ਹੁੰਦਾ ਗਿਆ। ਕੋਈ ਵੀ ਰਿਸ਼ਤੇਦਾਰ, ਕੋਈ ਵੀ ਜਾਣਾ ਮੇਰੇ ਨਾਲ ਵਰਤ ਕੇ ਰਾਜੀ ਨਹੀਂ। ਬਹੁਤ ਜ਼ਿਆਦਾ ਦੁੱਖ ਫਿਰ ਵੀ ਵਾਕਿਆ ਕਿ ਨਹੀਂ ਮਹਾਰਾਜ। ਇਸ ਦਾ ਕਾਰਨ ਕੀ ਮੰਨਦੇ ਹੋ ਹਰਜਿੰਦਰ ਜੀ? ਜਦੋਂ ਦੁੱਖ ਹੁੰਦਾ ਹੈ ਉਦੋਂ ਵਿਅਕਤੀ ਦਾ ਸਾਰੇ ਹੱਥ ਛੱਡ ਜਾਂਦੇ ਨੇ? ਬਿਲਕੁਲ ਜੀ, ਇਹ ਗੱਲ ਬਿਲਕੁਲ ਸਹੀ ਆ ਕਿ ਮੇਰੇ ਅੰਦਾਜ਼ੇ ਨਾਲ ਜਦੋਂ ਦੁੱਖ ਇਨਸਾਨ ਤੇ ਆਉਂਦਾ ਨਾ, ਪਰਛਾਵਾਂ ਸਭ ਤੋਂ ਪਹਿਲਾਂ ਛੱਡ ਦਿੰਦਾ, ਬਾਕੀ ਤੇ ਸਾਰੀਆਂ ਗੱਲਾਂ ਹੀ ਦੂਰ ਦੀਆਂ ਰਹਿ ਗਈਆਂ। ਤੇ ਚਲੋ ਉਸ ਤੋਂ ਬਾਅਦ ਜੀ, ਜਿਸ ਵਕਤ ਮੇਰੇ ਇਹਨਾਂ ਨਾਲੋਂ ਵਿਆਹ ਹੋਣ ਤੋਂ ਬਾਅਦ ਮੈਂ ਇਹਨਾਂ ਦੇ ਦਵਾਈ ਕਰਦਾ ਰਿਹਾ। ਇੱਥੇ ਆਣ ਕੇ 3 ਵੀਲਰ ਦਾ ਕੰਮ ਕਰਦਾ ਸੀ। 1000 1200 1500 ਰੁਪਇਆ ਰੋਜ਼ ਦਾ ਕਮਾ ਲੈਣਾ ਸੀ, ਲੇਕਿਨ ਜਿੰਨਾ ਕਮਾਉਣਾ ਸੀ ਉਹਦੇ 'ਚੋਂ ਕਰੀਬ 90% ਇਹਨਾਂ ਦੀ ਸਿਰਫ ਦਵਾਈਆਂ ਦੇ ਉੱਤੇ ਹੀ ਖਰਚਾ ਹੁੰਦਾ ਸੀ। ਆਟੋ ਕਿਰਾਏ 'ਤੇ ਸੀ ਤੇ ਕਿਰਾਇਆ ਦੇਣਾ, ਤੇ ਬਾਕੀ ਜਿੰਨਾ ਵੀ ਕਮਾਉਣਾ ਸਾਰਾ ਇਹਦੇ ਉੱਤੇ ਲਾ ਦੇਣਾ। ਤੇ ਚਲੋ ਮਹਾਰਾਜ ਨੇ ਹੌਲੀ ਹੌਲੀ ਇਹਨਾਂ ਦੇ ਪੈਰ ਦਾ ਜ਼ਖਮ ਠੀਕ ਕਰਤਾ। ਇਹਨਾਂ ਦੀ ਪੇਟ ਤੇ ਬੈੱਡ ਸੋਲ ਐਡੇ ਤਗੜੇ, ਜੇ ਬੰਦਾ ਕੋਈ ਦੇਖ ਲੇ ਤੇ ਮੇਰੇ ਅੰਦਾਜ਼ੇ ਨਾਲ ਉਹਨੂੰ ਸਾਰੀ ਉਮਰ ਨੀਂਦ ਨਾ ਆਵੇ, ਇੰਨਾ ਬੁਰਾ ਹਾਲ ਆ। ਜਿਨ੍ਹਾਂ ਦੀ ਹਜੇ ਵੀ ਮੈਂ ਰੋਜ਼ ਡਰੈਸਿੰਗ ਕਰਦਾ। ਬਾਥਰੂਮ ਵੱਲ ਇਹਨਾਂ ਦਾ ਬਾਅਦ ਆਉਂਦਾ ਰਹਿੰਦੇ, ਕੱਪੜੇ ਗਿੱਲੇ ਹੁੰਦੇ ਰਹਿੰਦੇ ਸੀ, ਜਿਹਦੇ ਕਰਕੇ ਸ਼ਾਇਦ ਜ਼ਖਮ ਇਹਨਾਂ ਦੇ ਬਣਦੇ ਰਹਿੰਦੇ ਹੁੰਦੇ ਸੀ। ਮੁੜ ਕੇ ਵੱਡੀ ਗੁੜੀਆ ਹੋਈ ਆਪਰੇਸ਼ਨ ਨਾਲ। ਉਸ ਤੋਂ ਬਾਅਦ ਡਾਕਟਰਾਂ ਨੇ ਸਾਨੂੰ ਸਲਾਹ ਦਿੱਤੀ ਕਿ ਜੇ ਇਹਨਾਂ ਦੀ ਬਾਥਰੂਮ ਵਾਲੀ ਪੈਪ ਪੇਟ 'ਚ ਲਾ ਦਿੱਤੀ ਜਾਵੇ, ਤਾਂ ਬਾਥਰੂਮ ਵਾਲੀ ਪੈਪ ਪੇਟ 'ਚ ਲੱਗੀ ਜੀ। ਉਹਦੇ ਨਾਲ ਇੰਨਾ ਕਿ ਇਹਨਾਂ ਦੀ ਹਫ਼ਤੇ ਬਾਅਦ ਜਿਹੜੀ ਪਾਈਪ ਆ ਬਾਥਰੂਮ ਵਾਲੀ ਉਹ ਚੇਂਜ ਕਰਨੀ ਪੈਂਦੀ ਆ, ਨਹੀਂ ਤਾਂ ਗਲ ਜਾਂਦੀ ਅੰਦਰ ਤੇ ਖੂਨ ਨਿਕਲਣਾ ਪੈਂਦਾ ਹੈ ਤੇ ਇਨਫੈਕਸ਼ਨ ਵਗੈਰਾ ਵੱਧ ਜਾਂਦੀ ਹੈ। ਅੱਜ ਦੀ ਡੇਟ ਦੇ ਵਿੱਚ ਵੀ ਇਹਨਾਂ ਦੇ ਪੇਟ ਦੇ ਅੰਦਰ ਇੱਕ ਬਾਥਰੂਮ ਵਾਲੀ ਪਾਈਪ ਲੱਗੀ ਹੋਈ ਹੈ, ਜਿਸ ਦੇ ਰਾਹੀਂ ਇਹਨਾਂ ਦਾ ਬਾਥਰੂਮ ਪਾਸ ਹੁੰਦਾ ਹੈ ਤੇ ਉਹ ਹਫ਼ਤੇ ਬਾਅਦ ਚੇਂਜ ਕਰਨੀ ਪੈਂਦੀ ਹੈ। ਤੇ ਚੇਂਜ ਕਰਨ ਦਾ ਕੀ ਸਾਧਨ ਹੈ, ਕਿਵੇਂ ਜਾਣਿਓ ਡਾਕਟਰ ਕੋਲ, ਕਿਹਨਾਂ ਨਾਲ ਸੰਪਰਕ ਕੀਤਾ? ਆ ਦੇਖੋ ਜੀ, ਪਹਿਲਾਂ ਮਨੁੱਖਤਾ ਦੀ ਸੇਵਾ ਵਾਲੇ ਭਾਈ ਸਾਹਿਬ ਉਹ ਕਰਦੇ ਹੁੰਦੇ ਸੀ, ਲੇਕਿਨ ਹੁਣ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਿਆ ਵੀ ਮੈਂ ਕਿ ਹੁਣ ਇਸ ਤੋਂ ਉਹ ਵੀ ਸਾਥ ਨਹੀਂ ਦੇ ਰਹੇ। ਤੇ ਹਮੇਸ਼ਾ ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਇਸ ਤਰ੍ਹਾਂ ਰੋਜ਼ ਰਾਤ ਤੱਕ ਲੱਗਾ ਰਹਿਣਾ ਕਿ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਮੇਰੀ ਆਖਰ ਬਾਂਹ ਫੜ ਲੇ, ਕਿ ਜਿਹਦੇ ਨਾਲ ਮੈਨੂੰ ਕੋਈ ਕਾਰੋਬਾਰ ਇਸ ਤਰ੍ਹਾਂ ਦਾ ਮੇਰਾ ਹੋ ਜੇ ਕਿ ਮੈਂ ਆਪਣੇ ਆਪ ਕਰ ਸਕਾਂ, ਨਾ ਕਿ ਮੈਂ ਕਿਸੇ ਤੇ ਡਿਪੈਂਡ ਰਹਿ ਸਕਾਂ। ਕਿਉਂਕਿ ਇੱਕ ਅਮਰਧਾਰੀ ਹੋ ਕੇ ਗੁਰਸਿੱਖ ਹੋਣ ਦੇ ਮੁਤਾਬਿਕ ਭੀਖ ਮੰਗਣਾ ਸਭ ਤੋਂ ਵੱਡਾ ਮੇਰੇ ਅੰਦਾਜ਼ੇ ਨਾਲ ਪਾਪ ਮੰਨਿਆ ਜਾਂਦਾ, ਲੇਕਿਨ ਇਸ ਵਕਤ ਮੈਂ ਉਹ ਪਾਪ ਕਰ ਰਿਹਾ ਹਾਂ। ਚਲੋ ਭਾਵੁਕ ਨਾ ਹੋਵੋ, ਪਰਮਾਤਮਾ ਸਭ ਦੀ ਬਾਂਹ ਫੜਦਾ ਹੈ, ਪਰਮਾਤਮਾ ਤੁਹਾਡੀ ਵੀ ਬਾਂਹ ਫੜੇਗਾ। ਤੁਹਾਡੇ ਅਪਾਹਿਜ ਹੋਣ ਤੋਂ ਬਾਵਜੂਦ ਵੀ ਤੁਸੀਂ ਜਿਹੜੀ ਕਿ ਹਿੰਮਤ ਨਹੀਂ ਛੱਡੀ, ਕੰਮ ਕਰਦੇ ਰਹੇ, ਆਪਣੇ ਘਰ ਦੀ ਹਰੇਕ ਚੀਜ਼ ਬਣਾਈ। ਸੁਪਨਿਆਂ ਦਾ ਘਰ ਹਰੇਕ ਦਾ ਹੁੰਦਾ ਹੈ, ਜਿਸ ਦਾ ਮਨ ਹੁੰਦਾ ਕਿ ਮੈਂ ਆਪਣੇ ਸੁਪਨਿਆਂ ਦਾ ਘਰ ਹੈ ਜਿਹੜਾ ਕਿ ਪੂਰਾ ਕਰਾਂ। ਅੱਜ ਦੀ ਡੇਟ ਦੇ ਵਿੱਚ ਘਰ ਦੇ ਵਿੱਚ ਚੀਜ਼ ਹਰ ਮੌਜੂਦ ਹੈ, ਦਿੱਕਤ ਕਮੀ ਕਿੱਥੇ ਆ ਰਹੀ ਹੈ, ਪਰੇਸ਼ਾਨੀ? ਜੀ ਆਪਰੇਸ਼ਨ ਹੋਇਆ ਸੀ ਮੇਰਾ ਖੂਨ ਹੋਣ ਲੱਗ ਪਿਆ। ਆਪਰੇਸ਼ਨ ਕਿਸ ਚੀਜ਼ ਦਾ ਆਪਰੇਸ਼ਨ? ਮੇਰਾ ਜੀ ਖੂਨ ਹੋਣ ਲੱਗ ਪਿਆ ਸੀ ਮੂੰਹ 'ਚ। ਮੈਨੂੰ ਨਹੀਂ ਪਤਾ ਸੀ ਕਿ ਆਖਰ ਕੀ ਕਾਰਨ ਆ, ਤੇ ਮੈਂ ਇਹ ਪਹਿਲਾਂ ਸੋਚਦਾ ਰਿਹਾ ਕੁਛ 10 15 20 ਦਿਨ, ਤੇ ਨਹੀਂ ਗਲਾ ਪੱਕਾ ਹੋ ਸਕਦਾ, ਉਹਦੀ ਦਵਾਈ ਵਗੈਰਾ ਕਰਦਾ ਰਿਹਾ। ਲੇਕਿਨ ਹੌਲੀ ਹੌਲੀ ਜਦੋਂ ਦਰਦ ਨਿਕਲ ਪਈ ਸੀਨੇ 'ਚ, ਤੇ ਫਿਰ ਡਾਕਟਰ ਕੋਲ ਚੈੱਕ ਕਰਾਇਆ। ਉਹਨਾਂ ਨੇ ਬੜੀਆਂ ਕਰਵਾਈਆਂ, ਲੇਕਿਨ ਉਹ ਆਪਣੀ ਪਹੁੰਚ 'ਚ ਨਹੀਂ ਹੈਗੀ ਸੀ। ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਉਹ ਹੀ ਡਰੈਸਿੰਗ ਵਗੈਰਾ ਦਾ ਖਰਚਾ ਚੱਕਦੇ ਸੀ। ਤੇ ਉਹਨਾਂ ਵੱਲੋਂ ਤੁਹਾਡੀ ਮਦਦ ਕੀਤੀ ਗਈ? ਤੁਹਾਡਾ ਆਪਰੇਸ਼ਨ ਹੈ ਜਿਹੜਾ ਕਿ ਉਹਨਾਂ ਵੱਲੋਂ ਕਰਵਾਇਆ ਗਿਆ, ਤੁਹਾਡੀ ਵਾਈਫ ਦੇ ਆਪਰੇਸ਼ਨ ਉਹਨਾਂ ਵੱਲੋਂ ਕਰਵਾਏ ਗਏ, ਤੇ ਅੱਜ ਦੀ ਡੇਟ ਦੇ ਵਿੱਚ ਜੇਕਰ ਤੁਸੀਂ ਸੁਰੱਖਿਅਤ ਤੋਂ ਸਾਹ ਲੈ ਰਹੇ ਹੋ ਤਾਂ ਉਹ ਕਾਰਨ ਮੰਨਦੇ ਹੋ ਤੁਸੀਂ? ਬਿਲਕੁਲ ਜੀ, ਜੇ ਮੈਂ ਅੱਜ ਦੀ ਡੇਟ 'ਚ ਵਾਕਈ ਸਾਹ ਲੈ ਰਿਹਾ ਤੇ ਇਹਦੇ ਵਿੱਚ ਮਨੁੱਖਤਾ ਦੀ ਸੇਵਾ ਵਾਲਿਆਂ ਦਾ ਵੀਰ ਦਾ ਸਭ ਤੋਂ ਵੱਡਾ ਸਹਿਯੋਗ ਆ। ਲੇਕਿਨ ਕਹਿੰਦੇ ਨਾ ਕੋਈ ਵੀ ਆਖਿਰ ਇਨਸਾਨ ਤੇ ਇਨਸਾਨ ਹੀ ਆ, ਕੋਈ ਵੀ ਲੰਮੇ ਚਿਰ ਤੱਕ ਕੋਈ ਕਿਸੇ ਦੀ ਬਾਂਹ ਨਹੀਂ ਫੜਦਾ। ਇੱਕ ਅਕਾਲ ਪੁਰਖ ਮਹਾਰਾਜ ਜੀ ਆ ਜਿਹੜਾ ਇੱਕ ਵਾਰੀ ਬਾਂਹ ਫੜ ਲੇ ਤੇ ਛੱਡਦਾ ਨਹੀਂ। ਲੇਕਿਨ ਇਸ ਵਕਤ ਪਤਾ ਨਹੀਂ, ਮੈਨੂੰ ਤੇ ਇਹ ਲੱਗਦਾ ਕਿ ਰੱਬ ਵੀ ਮੇਰੇ ਤੋਂ ਟੁੱਟ ਚੁੱਕਾ ਹੋਇਆ ਹੈ, ਜਿਹੜਾ ਮਦਦ ਨਹੀਂ ਮੇਰੀ ਕਰ ਰਿਹਾ। ਬਹੁਤ ਦੁੱਖ।
ਮੈਨੂੰ ਆਪਣਾ ਨਹੀਂ ਹੈ, ਨਾ ਆਪਣੀ ਜਾਨ ਦਾ। ਇਹ ਕਹਿੰਦਾ ਬੱਚਿਆਂ ਦਾ ਕੀ ਕਸੂਰ ਹੈ ਇਹਦੇ 'ਚ? ਮੇਰੇ ਪਾਪਾ ਤੋਂ ਸਜ਼ਾ ਮੇਰੇ ਬੱਚੇ ਕਿਉਂ ਭੁਗਤ ਰਹੇ ਨੇ? ਛੋਟੇ ਛੋਟੇ ਬੱਚੇ ਹੈ, ਇਸ ਅੰਮ੍ਰਿਤਧਾਰੀ ਸਿੱਖ ਦੇ ਇਸ ਵੀਰ ਦੇ ਛੋਟੇ ਛੋਟੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਅੱਜ ਇਸ ਵੀਰ ਵੱਲੋਂ ਨਹੀਂ ਚੁੱਕਿਆ ਜਾ ਸਕਦਾ। ਕਾਰਨ ਤੁਹਾਡੇ ਸਾਹਮਣੇ ਹੀ ਹੈ ਕਿ ਇਸ ਵੀਰ ਦਾ ਇੱਕ ਆਪਰੇਸ਼ਨ ਹੋਇਆ, ਇਹਨਾਂ ਦਾ ਇੱਕ ਫੇਫੜਾ ਹੈ ਜਿਹੜਾ ਕਿ ਆਪਰੇਸ਼ਨ ਰਾਹੀਂ ਕੱਢ ਦਿੱਤਾ ਗਿਆ। ਫੇਫੜੇ 'ਚ ਪ੍ਰੋਬਲਮ ਆਈ ਸੀ। ਇਹਨਾਂ ਦੀ ਮਿਸਿਸ ਹੈ ਜਿਹੜੇ ਕਿ ਉਹਨਾਂ ਦੇ ਪੇਟ ਦੇ ਵਿੱਚ ਪਾਈਪ ਲੱਗੀ ਹੋਈ ਹੈ। ਬਾਥਰੂਮ ਦਾ ਜਨਮ ਤੋਂ ਹੀ ਪਤਾ ਨਹੀਂ ਲੱਗ ਰਿਹਾ ਕਿ ਪਿਸ਼ਾਬ ਕਿੱਥੋਂ ਨਿਕਲ ਜਾਂਦਾ ਹੈ, ਕਿਸ ਤਰ੍ਹਾਂ ਪਾਸ ਹੋ ਜਾਂਦਾ ਹੈ। ਸੋ ਇੱਕ ਪਾਈਪ ਹੈ ਜਿਹੜੀ ਕਿ ਇਹਨਾਂ ਦੇ ਪੇਟ ਦੇ ਵਿੱਚ ਲੱਗੀ ਹੋਈ ਹੈ। ਹਰ ਹਫਤੇ ਉਹ ਪਾਈਪ ਚੇਂਜ ਕਰਵਾਉਣੀ ਪੈਂਦੀ ਹੈ, ਜਿਸ ਦੇ ਕਾਰਨ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਕੀ ਤੁਸੀਂ ਮਦਦ ਦੀ ਮੰਗ ਕਰ ਰਹੇ ਹੋ ਕਿ ਕੋਈ ਤੁਹਾਡੀ ਫਾਈਨੈਂਸ਼ੀਅਲੀ ਹੈਲਪ ਕਰੇ? ਜਿਵੇਂ ਕਿ ਮੈਂ ਦੇਖਿਆ ਕਿ ਤੁਹਾਡੇ ਘਰ ਦੇ ਵਿੱਚ ਅੱਜ ਬੁਨਿਆਦੀ ਸਹੂਲਤਾਂ ਸਾਰੀਆਂ ਹੀ ਮੌਜੂਦ ਨੇ, ਤੇ ਕਿਸ ਤਰ੍ਹਾਂ ਦੀ ਮਦਦ ਕਰ ਰਹੇ ਹੋ? ਜਾਂ ਕੰਮ ਚਾਹੀਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਹੈ? ਦੇਖੋ ਜੀ, ਮਹਾਰਾਜ ਦੀ ਕਿਰਪਾ ਨਾਲ ਮੇਰੇ ਘਰ 'ਚ ਵਿੱਚ ਸਮਾਨ ਦੀ ਤਾਂ ਕੋਈ ਕਮੀ ਨਹੀਂ। ਜੋ ਇਨਸਾਨ ਨੂੰ ਜੀਣ ਵਾਸਤੇ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਉਹ ਸਾਰੀਆਂ ਮੇਰੇ ਕੋਲ ਹੈ। ਲੇਕਿਨ ਇਸ ਵਕਤ ਸਭ ਤੋਂ ਵੱਡਾ ਕਾਰਨ ਇਹ ਕਿ ਚੀਜ਼ਾਂ ਬੰਦਾ ਖਾ ਨਹੀਂ ਸਕਦਾ, ਚੀਜ਼ਾਂ ਨੂੰ ਬੰਦਾ ਪਾ ਨਹੀਂ ਸਕਦਾ। ਮੇਰੇ ਬੱਚਿਆਂ ਦੇ ਕੱਪੜੇ ਨਹੀਂ ਹੈਗੇ, ਮੇਰੇ ਕੋਲ ਕੋਈ ਚੀਜ਼ ਖਰੀਦਣ ਜੋਗੇ ਪੈਸੇ ਨਹੀਂ ਹੈਗੇ। ਮੇਰੇ ਬੱਚੇ ਕੋਈ ਚੀਜ਼ ਨੂੰ ਮੰਗਦੇ ਆ, ਸਕੂਲ ਦੀ ਵਰਦੀ ਆ, ਸਕੂਲ ਦੀ ਫੀਸ ਆ, ਆਉਣ ਜਾਣ ਦਾ ਖਰਚਾ ਹੈ। ਕੋਈ ਹੋਰ ਬਿਮਾਰ ਸ਼ਮਾਰ ਕਿਸੇ ਤਰੀਕੇ ਨਾਲ ਕੋਈ ਹੋ ਜੇ, ਮੇਰੇ ਕੋਲ ਉਹਦੇ ਲਈ ਪੈਸਾ ਨਹੀਂ ਹੈਗਾ। ਲੇਕਿਨ ਇਹ ਜਿਹੜੀ ਪਰੇਸ਼ਾਨੀ ਆਈ, ਜਿਵੇਂ ਕਿ ਤੁਸੀਂ ਪਹਿਲੇ ਦੱਸਿਆ ਕਿ ਤੁਸੀਂ ਰੋਜ਼ਾਨਾ ਦੇ ਅੱਛੀ ਕਮਾਈ ਕਰ ਲੈਂਦੇ ਸੀ, ਜਿਸ ਦੇ ਨਾਲ ਤੁਸੀਂ ਆਪਣੇ ਘਰ ਦਾ ਸਮਾਨ ਬਣਾਇਆ, ਆਪਣੇ ਬੱਚੇ ਨੂੰ ਸਕੂਲੇ ਪੜ੍ਹਨੇ ਪਾਇਆ, ਪਰ ਇਹ ਕਾਰਨ ਕਿੱਦਾਂ ਆਇਆ ਕਿ ਇੱਕਦਮ ਤੁਹਾਡੇ ਆਪਰੇਸ਼ਨ ਤੋਂ ਬਾਅਦ ਹੋਇਆ ਜਾਂ ਲਾਕਡਾਊਨ ਤੋਂ ਬਾਅਦ ਤੁਹਾਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ? ਅਜੇ ਸਭ ਤੋਂ ਵੱਡਾ ਕਾਰਨ ਤੇ ਆਪਰੇਸ਼ਨ ਸੀ। ਆਪਰੇਸ਼ਨ ਤੋਂ ਬਾਅਦ ਮੇਰਾ ਸਰੀਰ ਜਿਹੜਾ ਕਰੀਬ ਮੈਂ 1.5 ਸਾਲ ਤੇ ਮੰਜੇ ਦੇ ਉੱਤੇ ਰਿਹਾ, ਕਿ ਡਾਕਟਰ ਨੇ ਆਖਿਆ ਸੀ ਕਿ ਹੋ ਸਕਦਾ ਕਿ ਤੈਨੂੰ ਸਾਰੀ ਉਮਰ ਵੈਂਟੀਲੇਟਰ ਤੇ ਰੱਖਣਾ ਪਵੇ ਜਿੰਨੀ ਦੇਰ ਤੂੰ ਜਿੰਦਾ ਰਵੇਂ। ਕਿ ਕਹਿੰਦੇ ਸੀ ਪੰਜਾਬ ਦੇ ਵਿੱਚ ਪਹਿਲਾ ਆਪਰੇਸ਼ਨ ਹੋਇਆ ਜਿਹੜਾ ਇਸ ਤਰ੍ਹਾਂ ਦਾ ਕੀਤਾ ਗਿਆ, ਨਹੀਂ ਤਾਂ ਪਹਿਲਾਂ ਕਦੀ ਕੋਈ ਆਪਰੇਸ਼ਨ ਨਹੀਂ ਹੋਇਆ। ਡਾਕਟਰ ਨੇ ਮੈਨੂੰ ਆਪਰੇਸ਼ਨ ਤੋਂ ਜਾਣ ਤੋਂ ਪਹਿਲਾਂ ਇਹ ਵੀ ਕਹਿ ਦਿੱਤਾ ਸੀ ਕਿ ਡਾਕਟਰ ਹਰਜਿੰਦਰ ਸਿੰਘ ਬੇਦੀ ਨੇ ਆਪਰੇਸ਼ਨ ਕੀਤਾ ਹੈ, ਕਿ ਉਹਨਾਂ ਨੇ ਇੰਨੀ ਗੱਲ ਕਹਿਤੀ ਕਿ ਤੂੰ 1% ਚਾਂਸ ਆ ਕਿ ਤੂੰ ਜਿੰਦਾ ਬਾਹਰ ਆਊਂਗਾ, 99% ਕਿ ਤੂੰ ਮਰੇ ਹੋਏ ਨੇ ਆਉਣਾ, ਜੋ ਤੂੰ ਕਿਸੇ ਨਾਲ ਗੱਲਾਂ ਬਾਤਾਂ ਕਰਨਾ ਚਾਹੁੰਦਾ ਕਰ ਸਕਦਾ। ਲੇਕਿਨ ਮੈਂ ਅਕਾਲ ਪੁਰਖ ਮਹਾਰਾਜ ਦੇ ਸੱਚੇ ਪਾਤਸ਼ਾਹ ਦਾ ਸੇਵਕ ਆ, ਉਹਨਾਂ ਦੀ ਹੁਕਮ ਦੇ ਵਿੱਚ ਆਖਿਆ ਜੋ ਮਹਾਰਾਜ ਨੇ ਕਰਨਾ ਸਿਰਫ ਉਹ ਹੀ ਹੋਣਾ ਹੈ। ਨਾ ਕੋਈ ਜੀਵ ਆ ਸਕਦਾ ਤੇ ਨਾ ਕੋਈ ਮਰਵਾ ਸਕਦਾ ਕਿਸੇ ਨੂੰ। ਤੇ ਮੈਂ ਇਸ ਕਰਕੇ ਲੋਕਡਾਊਨ ਨੂੰ ਤੇ ਦੂਸਰਾ ਕਾਰਨ ਕਹਿ ਸਕਦਾ, ਲੇਕਿਨ ਸਭ ਤੋਂ ਵੱਡਾ ਕਾਰਨ ਤੇ ਮੇਰਾ ਆਪਣਾ ਆਪਰੇਸ਼ਨ ਹੀ ਹੈ। ਛੋਟੀਆਂ ਛੋਟੀਆਂ ਬੱਚੀਆਂ ਨੇ ਸਵੀਰ ਦੀਆਂ, ਇੱਕ ਦਾ ਨਾਮ ਏਕਮ ਹੈ, ਇੱਕ ਦਾ ਨਾਮ ਓਂਕਾਰ ਹੈ। ਏਕਮ ਓਂਕਾਰ ਦੋ ਛੋਟੀਆਂ ਛੋਟੀਆਂ ਬੱਚੀਆਂ ਨੇ, ਪਰ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੀਆਂ ਨੇ ਬੱਚੀਆਂ। ਸਕੂਲ ਪੜ੍ਹਨ ਨਹੀਂ ਜਾ ਸਕਦੀਆਂ। ਕਾਰਨ ਮੰਨ ਸਕਦੇ ਹਾਂ ਕਿ ਮਾਪੇ ਅਪਾਹਜ ਨੇ, ਮਾਪਿਆਂ ਵੱਲੋਂ ਸਕੂਲ ਦੀ ਫੀਸ ਨਹੀਂ ਭਰੀ ਜਾ ਸਕਦੀ, ਮਾਪਿਆਂ ਵੱਲੋਂ ਇਹਨਾਂ ਨੂੰ ਵਰਦੀ ਨਹੀਂ ਦਵਾਈ ਜਾ ਸਕਦੀ। ਵੀਰ ਕੰਮ ਕਰਨਾ ਚਾਹੁੰਦੇ ਨੇ, ਵੀਰ ਵੱਲੋਂ ਕਿਸੇ ਵੱਲੋਂ ਭੀਖ ਨਹੀਂ ਮੰਗੀ ਜਾ ਰਹੀ, ਨਾ ਫਾਈਨੈਂਸ਼ੀਅਲੀ ਹੈਲਪ ਦੇ ਲਈ ਹੱਥ ਅੱਗੇ ਕੀਤੇ ਜਾ ਰਹੇ ਨੇ। ਉਹ ਚਾਹੁੰਦੇ ਨੇ ਕਿ ਮੈਨੂੰ ਤੇ ਮੇਰੀ ਮਿਸਿਸ ਨੂੰ ਕਿਸੇ ਤਰ੍ਹਾਂ ਦਾ ਕੋਈ ਕੰਮ ਦਿੱਤਾ ਜਾਵੇ ਜਿਸ ਦੇ ਨਾਲ ਰੋਜ਼ਾਨਾ ਇੱਕ ਕੁਝ ਕੁ ਪੈਸੇ ਹੈ ਜਿਹੜੇ ਕਿ ਕਮਾ ਸਕਣ। ਸੋ ਗੱਲਬਾਤ ਕਰਾਂਗੇ ਨੇ ਛੋਟੀਆਂ ਛੋਟੀਆਂ ਬੱਚਿਆਂ ਦੀ ਮਾਂ ਅਮਰਪ੍ਰੀਤ ਦੇ ਨਾਲ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ, ਜਿਹੜੀ ਕਿ ਇਹ ਬਿਮਾਰੀ ਹੈ ਤੁਹਾਨੂੰ ਲੱਤਾਂ ਤੋਂ ਅਪਾਹਜ ਹੋ, ਤੁਸੀਂ ਬਚਪਨ ਤੋਂ ਹੀ ਇਹ ਬਿਮਾਰੀ ਦਾ ਸਾਹਮਣਾ ਕਰਨਾ? ਹਾਂਜੀ, ਬਚਪਨ ਤੋਂ ਹੀ ਆ। ਘਰ ਦੇ ਵਿੱਚ ਕੌਣ ਕੌਣ ਹੈ? ਘਰ ਦੇ ਵਿੱਚ ਜਦੋਂ ਕੁਆਰੀ ਸੀਗੀ ਮੰਮੀ ਔਰ ਮੈਂ ਸੀਗੇ ਇਕੱਲੇ। ਜਦੋਂ ਮੈਂ ਛੋਟੀ ਜੀ ਸੀਗੀ ਤੇ ਜਦੋਂ ਮੇਰੇ ਪਾਪਾ ਪੂਰੇ ਹੋ ਗਏ ਸੀਗੇ, ਉਸ ਤੋਂ ਬਾਅਦ ਮੇਰੀ ਮੰਮੀ ਨੇ ਕੰਮ ਫੈਕਟਰੀ 'ਚ ਲੱਗੇ, ਮੇਰੀ ਮੰਮੀ ਨੇ ਕਮਾਈ ਕਰਕੇ ਮੈਨੂੰ ਪਾਲਿਆ। ਉਹਨਾਂ ਨੇ ਹੀ ਮੇਰਾ ਵਿਆਹ ਕੀਤਾ। ਵਿਆਹ ਕਰਨ ਤੋਂ ਬਾਅਦ ਯਾਨੀ ਕਿ ਮੇਰੇ ਜ਼ਖਮ ਵਗੈਰਾ ਬਹੁਤ ਜ਼ਿਆਦਾ ਸੀਗੇ ਪੈਰ 'ਚ। ਇੱਕ ਲੱਤ ਮੇਰੀ ਇੱਥੋਂ ਕੱਟੀ ਹੋਈ ਆ, ਇੱਕ ਪੈਰ ਆ ਉਹਦੇ ਮਾੜਾ ਜਿਹਾ ਭਾਰ ਖਲੋ ਸਕਦੀ ਹਾਂ, ਜ਼ਿਆਦਾ ਨਹੀਂ ਖਲੋ ਸਕਦੀ ਹੈਗੀ ਜੀ। ਸੋ ਬ੍ਰਦਰ ਸਿਸਟਰ ਕੋਈ ਨਹੀਂ ਹੈ? ਕੱਲੀ ਆ। ਸੋ ਜਦੋਂ ਤੁਸੀਂ ਇਹਨਾਂ ਦੇ ਨਾਲ ਵਿਆਹ ਕੀਤਾ ਜਾਂ 2016 ਦੇ ਵਿੱਚ, ਜਿਵੇਂ ਵੀਰ ਨੇ ਦੱਸਿਆ ਕਿ ਵਿਆਹ ਹੋਇਆ ਤੁਹਾਡਾ, ਕਿਹੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ? ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਐਕਸੈਪਟ ਨਹੀਂ ਸੀ ਕੀਤਾ ਜਾ ਰਿਹਾ? ਨਹੀਂ ਜੀ, ਰੋਜ਼ ਲੜਾਈ ਝਗੜਾ ਰਹਿੰਦਾ ਸੀਗਾ। ਮਹੀਨੇ ਬਾਅਦ ਹੀ ਮੈਨੂੰ ਆਪਣੇ ਪੇਕੇ ਜਾਣਾ ਪੈਂਦਾ ਸੀਗਾ। ਇੱਥੇ ਰਹਿਣਾ ਬੜਾ ਮੁਸ਼ਕਿਲ ਸੀਗਾ। ਇਹ ਕਹਿੰਦੇ ਸੀਗੇ ਕਿ ਲੈ ਤੈਨੂੰ ਬਾਥਰੂਮ ਦਾ ਪਤਾ ਨਹੀਂ ਲੱਗਦਾ ਹੈਗਾ। ਦੇਖੋ, ਰੱਬ ਕੋਈ ਚਾਹੁੰਦਾ ਨਹੀਂ ਹੈਗਾ ਕਿ ਆਪਣੇ ਦੁੱਖ ਵੀ ਲੈ ਕੇ ਆਵੇ। ਹੁਣ ਮੈਨੂੰ ਨਹੀਂ ਬਾਥਰੂਮ ਦਾ ਪਤਾ ਲੱਗਦਾ ਹੈਗਾ, ਮੈਨੂੰ ਇਹਨੇ ਦੁੱਖ ਹੈਗੇ ਤੇ ਮੈਨੂੰ ਵੀ ਤਾਂ ਦੁੱਖ ਹੈਗਾ ਨਾ। ਮੈਨੂੰ ਪਤਾ ਵਾ ਜਦੋਂ ਮੇਰੀ ਪੈਪ ਬਲੋਕ ਹੋ ਜਾਂਦੀ ਹੈ ਮੈਨੂੰ ਕਿੰਨਾ ਦੁੱਖ ਲੱਗਦਾ। ਚੇਂਜ ਕਰਵਾਉਣ ਵਾਸਤੇ ਵੀ ਦੁੱਖ ਲੱਗਦਾ ਵਾ, ਇਹ ਵੀ ਦੁੱਖ ਲੱਗਦਾ ਵਾ। ਕੋਈ ਨਹੀਂ ਚਾਹੁੰਦਾ ਕਿ ਮੈਨੂੰ ਕੋਈ ਵੀ ਦੁੱਖ ਆਵੇ। ਜਿਹੜੀ ਪਾਈਪ ਚੇਂਜ ਕਰਵਾਉਣੇ ਹੋ ਕਿੰਨਾ ਕੁ ਖਰਚਾ ਜਿਹੜਾ ਕਿ ਆ ਜਾਂਦਾ?
ਇਹ ਸਮਾਨ ਵਗੈਰਾ ਪਾ ਕੇ ਉੱਥੇ ਚੇਂਜ ਕਰਵਾਉਣ ਦਾ ਟੋਟਲ 1000 ਰੁਪਇਆ ਖਰਚਾ ਆਉਂਦਾ ਹਰ ਹਫ਼ਤੇ ਹਾਂਜੀ ਹਰ ਤੇ ਹਫ਼ਤੇ। ਹਫ਼ਤੇ ਦੇ ਵਿੱਚ ਤੁਹਾਨੂੰ 4-5 ਹਜ਼ਾਰ ਰੁਪਇਆ ਜਿਹੜਾ ਕਿ ਇਹਨਾਂ ਦੇ ਦਵਾ ਦਾਰੂ ਦੇ ਲਈ ਚਾਹੀਦਾ ਹੈ। ਕਿਵੇਂ ਕਰਦੇ ਹੋ, ਕਿਵੇਂ ਤੁਹਾਡੇ ਜਿਹੜੇ ਕਿ ਘਰ ਚੱਲ ਰਿਹਾ? ਤਾਂ ਦੇਖੋ ਜੀ, ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਸਿਰਫ ਪੈਨਸ਼ਨ ਦੇ ਸਿਰ ਤੇ ਗੁਜ਼ਾਰਾ ਹੈ, ਲੇਕਿਨ ਜਿਹੜਾ ਮੈਂ ਹਮੇਸ਼ਾ ਕਦੀ ਕਿਸੇ ਨੂੰ ਤਰਲਾ ਕੱਢਦਾ ਹੈ ਕਿ ਜਿਸ ਤਰ੍ਹਾਂ ਕਿ ਸਰਕਾਰਾਂ ਵੱਲੋਂ ਇੰਨੀਆਂ ਸਕੀਮਾਂ ਚਲਾਈਆਂ ਜਾਂਦੀਆਂ ਪਾਹੀਜਾਲੀ, ਕਹੀ ਉਸ ਦਾ ਲਾਹਾ ਨਹੀਂ ਲੈਣ ਦੀ ਕੋਸ਼ਿਸ਼ ਕੀਤੀ? ਆਹ ਦੇਖੋ ਜੀ, ਜਿੰਨੇ ਵੱਲ ਵੀ ਜਾਂਦੇ ਹਾਂ, ਕੋਈ ਕਹਿੰਦਾ 50,000 ਦੇ ਦੇ ਤੇ ਕੋਈ ਕਹਿੰਦਾ ਲੱਖ ਰੁਪਏ ਦੇ ਦੇ। ਮੈਂ ਥੋੜਾ ਬਹੁਤਾ ਪੜ੍ਹਿਆ ਲਿਖਿਆ, ਬਥੇਰਾ ਕੁਝ ਆਪਣੇ ਵੱਲੋਂ ਹੱਥ ਪੈਰ ਮਾਰਦਾ ਹੈ, ਮੋਬਾਈਲ ਬਿਜਲੀ ਵਗੈਰਾ ਦਾ ਕੰਮ ਕਰਦਾ ਹੈ, ਲੇਕਿਨ ਫਿਰ ਵੀ ਮੈਂ ਨਹੀਂ ਉਹ ਖਰਚਾ ਚੱਕ ਸਕਦਾ ਜੀ। ਸੋ ਹੁਣ ਇਸ ਵੀਰ ਵੱਲੋਂ ਸਮਾਜ ਸੇਵੀਆਂ ਨੂੰ ਗੁਹਾਰ ਲਗਾਈ ਜਾ ਰਹੀ ਹੈ ਜਾਂ ਉਹਨਾਂ ਲੋਕਾਂ ਨੂੰ ਗੁਹਾਰ ਲਗਾਈ ਜਾ ਰਹੀ ਹੈ। ਗੁਹਾਰ ਇਸ ਚੀਜ਼ ਦੀ ਲਗਾਈ ਜਾ ਰਹੀ ਹੈ ਕਿ ਸਾਨੂੰ ਫਾਈਨੈਂਸ਼ਲੀ ਹੈਲਪ ਦੀ ਲੋੜ ਨਹੀਂ ਹੈ, ਸਾਨੂੰ ਲੋੜ ਹੈ ਸਾਨੂੰ ਕੰਮ ਦਿੱਤਾ ਜਾਵੇ ਤਾਂ ਕਿ ਅਸੀਂ ਕੰਮ ਕਰਕੇ ਆਪਣੇ ਘਰ ਦਾ ਖਰਚਾ ਚਲਾ ਸਕੀਏ, ਆਮ ਇਨਸਾਨ ਵਰਗੀ ਜ਼ਿੰਦਗੀ ਬਤੀਤ ਕਰ ਸਕੀਏ। ਸੋ ਮੈਂ ਪਹਿਲੇ ਵੀ ਜਿਵੇਂ ਕਿਹਾ ਸੀ, ਜਿਹਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਉਹਨੂੰ ਜਿੱਥੇ ਪਰਮਾਤਮਾ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ, ਉੱਥੇ ਅਜਿਹੇ ਜਿਹੜੇ ਪਰਿਵਾਰ ਹੈ ਜਿਨ੍ਹਾਂ ਨੂੰ ਵਾਕਈ ਸਾਡੀ ਜ਼ਰੂਰਤ ਹੈ ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਇਸ ਪਰਿਵਾਰ ਦੀ ਮਦਦ ਦੇ ਲਈ ਆਖਿਰ ਕਿਹੜਾ ਇਨਸਾਨ ਜਾਂ ਕਿਹੜਾ ਪਰਿਵਾਰ ਅੱਗੇ ਆਉਂਦਾ ਹੈ ਤੇ ਇਹਨਾਂ ਦੀ ਬਾਹ ਫੜਦਾ ਹੈ ਤਾਂ ਕਿ ਛੋਟੀਆਂ-ਛੋਟੀਆਂ ਪਿਆਰੀਆਂ ਦੋ ਬੱਚੀਆਂ ਸਕੂਲ ਦੇ ਵਿੱਚ ਜਾ ਸਕਣ, ਆਪਣੇ ਸੁਪਨੇ ਪੂਰੇ ਕਰ ਸਕਣ। ਸੋ ਕਿਸ ਨੰਬਰ ਤੇ ਕੰਟੈਕਟ ਤੁਹਾਨੂੰ ਕੀਤਾ ਜਾ ਸਕਦਾ ਹੈ? ਇਹ ਜਿਹੜਾ ਨੰਬਰ ਆ ਉਹ ਹੈਗਾ ਜੀ ਮੋਬਾਈਲ 7973634325 ਜੀ। ਸੋ ਮੋਬਾਈਲ ਨੰਬਰ ਇੱਕ ਵਾਰੀ ਫੇਰ ਤੋਂ ਰਿਪੀਟ ਕਰ ਦਿੰਨੀ ਆ, 7973634325 7973634325 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਪਰਿਵਾਰ ਦੀ ਮਦਦ ਕਰ ਸਕਦੇ ਹੋ। ਸੋ ਇੱਕ ਵਾਰੀ ਨੰਬਰ ਫਿਰ ਤੋਂ ਰਿਪੀਟ ਕਰ ਦਿੰਨੇ ਆ, 7973634325 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ। ਬਾਰ-ਬਾਰ ਕਹਿ ਰਹੀ ਹਾਂ, ਪਰਿਵਾਰ ਦਾ ਇਹ ਕਹਿਣਾ ਹੈ ਕਿ ਸਾਡੀ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਜਿਹੜਾ ਕਿ ਉਹਨਾਂ ਦਾ ਸੁਪਨਾ ਉਹ ਪੂਰਾ ਕੀਤਾ ਜਾਵੇ, ਸਾਡੀ ਬੱਚਿਆਂ ਦੀ ਬਾਹ ਫੜੀ ਜਾਵੇ ਤੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਕੰਮਕਾਰ ਦਿੱਤਾ ਜਾਵੇ। ਇਹ ਪਰਿਵਾਰ ਭੀਖ ਨਹੀਂ ਮੰਗ ਰਿਹਾ, ਪਰਿਵਾਰ ਵੱਲੋਂ ਫਾਈਨੈਂਸ਼ੀਅਲੀ ਹੈਲਪ ਦੀ ਜਿਹੜੀ ਕਿ ਗੁਹਾਰ ਹੈ ਨਹੀਂ ਲਗਾਈ ਜਾ ਰਹੀ। ਪਰਿਵਾਰ ਕਹਿ ਰਿਹਾ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੰਮ ਦਿੱਤਾ ਜਾਵੇ ਤਾਂ ਜੋ ਅਸੀਂ ਵੀ ਆਮ ਇਨਸਾਨ ਵਰਗੀ ਜ਼ਿੰਦਗੀ ਬਤੀਤ ਕਰ ਸਕੀਏ। ਸੋ ਜਦ ਤੱਕ ਇਹ ਵੀਰ ਕੰਮ ਕਰਦੇ ਸੀ, ਇਸ ਵੀਰ ਵੱਲੋਂ ਘਰ ਦੀ ਹਰ ਇੱਕ ਚੀਜ਼ ਬਣਾਈ ਗਈ, ਕੋਸ਼ਿਸ਼ ਕੀਤੀ ਗਈ ਕਿ ਮੈਂ ਵੀ ਉਹ ਸੁਪਨਿਆਂ ਦਾ ਘਰ ਬਣਾਵਾਂ ਜਿਸ ਦੇ ਵਿੱਚ ਬੁਨਿਆਦੀ ਸਹੂਲਤਾਂ ਹੋਣ, ਇੱਕ ਬੈੱਡ ਹੋਵੇ, ਅਲਮਾਰੀ ਹੋਵੇ, ਫ੍ਰਿਜ ਹੋਵੇ, ਤਾਂ ਕਿ ਮੈਂ ਆਪਣੀ, ਜਿਵੇਂ ਕਿ ਵੀਰ ਨੇ ਦੱਸਿਆ, ਕਿ ਆਪਣੀ ਵਾਈਫ ਨੂੰ ਹਰ ਇੱਕ ਖੁਸ਼ੀ ਦੇ ਸਕਾਂ। ਸੋ ਅੱਜ ਇਸ ਵੀਰ ਕੋਲ ਕੰਮ ਨਹੀਂ ਹੈ, ਸੋ ਕੰਮ ਲਈ ਇਹ ਵੀਰ ਹੈ ਜਿਹੜਾ ਕਿ ਦਰ-ਦਰ ਦੀਆਂ ਠੋਕਰਾਂ ਖਾ ਰਿਹਾ। ਇੱਕ 500 ਰੁਪਇਆ 550 ਰੁਪਇਆ ਪੈਨਸ਼ਨ ਹੈ ਜਿਹੜੀ ਕਿ ਇਸ ਘਰ ਦੇ ਵਿੱਚ ਆਉਂਦੀ ਹੈ, ਜਿਸ ਦੇ ਨਾਲ ਇਸ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ। ਪਰ ਹੁਣ ਸਕੂਲ ਦੀਆਂ ਫੀਸਾਂ ਜਾਂ ਹੋਰ ਚੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਇਸ ਪਰਿਵਾਰ ਦੇ ਕੋਲ ਪੈਸੇ ਨਹੀਂ ਹਨ, ਜਿਸ ਦੇ ਲਈ ਇਹ ਪਰਿਵਾਰ ਹੁਣ ਲੋਕਾਂ ਨੂੰ ਕਹਿ ਰਿਹਾ ਕਿ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਕੰਮ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਆਪਣੇ ਘਰ ਦਾ ਖਰਚ ਚਲਾ ਸਕਾਂ। ਕੈਮਰਾਮੈਨ ਰਾਹੁਲ ਕਸ਼ਪ ਦੇ ਨਾਲ ਪ੍ਰਿਯੰਕਾ ਸ਼ਰਮਾ, ਲੁਧਿਆਣਾ ਲਈ।